रहे हैं बच्चों क्लास 9 का चैप्टर 6 जिसका नाम है लाइनस एंड एंगल्स रेखावां ते कोण। ਤੇ ਅੱਜ ਅਸੀਂ ਸਭ ਤੋਂ ਪਹਿਲਾਂ ਇਸ ਦੀ ਇੰਟਰੋਡਕਸ਼ਨ ਜਾਂ ਜਾਣ ਪਛਾਣ ਜਿਹੜੀ ਕੀ ਕਰਾਂਗੇ ਕਿ ਇਸ ਦੇ ਵਿੱਚ ਅਸੀਂ ਕਿਹੜੀਆਂ ਗੱਲਾਂ ਦੇ ਬਾਰੇ ਸਿੱਖਣਾ ਹੈ। ਸੋ ਸ਼ੁਰੂ ਕਰਦੇ ਹਾਂ। ਅਸੀਂ ਸਭ ਤੋਂ ਪਹਿਲਾਂ ਆਪਣੇ ਟੌਪਿਕ ਦੀ ਗੱਲ ਕਰਦੇ ਹਾਂ ਲਾਈਨਸ ਐਂਡ ਐਂਗਲਸ। ਸੋ ਫਸਟ ਵਰਡ ਸਾਡੇ ਕੋਲ ਆਉਂਦਾ ਸਾਡਾ ਲਾਈਨ, ਜਿਸ ਨੂੰ ਅਸੀਂ ਕੀ ਬੋਲਦੇ ਹਾਂ ਰੇਖਾ। ਥੋੜੀ ਜਿਹੀ ਅਸੀਂ ਗੱਲ ਰੇਖਾ ਤੇ ਕਰ ਲਈਏ ਕੀ ਹੁੰਦੀ ਹੈ ਰੇਖਾ। ਲਾਈਨ ਦੇ ਨਾਲ ਹੀ ਸਾਡੇ ਕੋਲ ਮਿਲਦੇ ਜੁਲਦੇ ਸ਼ਬਦ ਹੁੰਦੇ ਹਨ। ਸਾਡਾ ਇੱਕ ਲਾਈਨ ਸੈਗਮੈਂਟ ਜਿਸ ਨੂੰ ਅਸੀਂ ਰੇਖਾ ਖੰਡ ਬੋਲਦੇ ਹਾਂ। ਫਿਰ ਸਾਡਾ ਹੁੰਦੀ ਹੈ ਰੇ ਜਿਸ ਨੂੰ ਅਸੀਂ ਕਿਰਨ ਬੋਲਦੇ ਹਾਂ। ਲਾਈਨ ਦੀ ਗੱਲ ਕਰੀਏ ਕਿ ਇਹ ਸਾਡੇ ਕੋਲ ਇੱਕ ਇਸ ਤਰ੍ਹਾਂ ਦੀ ਜਿਹੜੀ ਕਿ ਰੇਖਾ ਦਿੱਤੀ ਹੁੰਦੀ ਹੈ ਜਿਸ ਨੂੰ ਅਸੀਂ ਦੋਵਾਂ ਪਾਸਿਆਂ ਤੇ ਇੱਕ ਤੀਰ ਜਿਹੜੇ ਕਿ ਲੱਗੇ ਹੁੰਦੇ ਹਨ, ਜਿਸ ਦਾ ਮਤਲਬ ਇਹ ਹੁੰਦਾ ਹੈ ਕਿ ਇਸ ਨੂੰ ਅਸੀਂ ਦੋਵਾਂ ਸਾਈਡ ਤੇ ਜਿਹੜਾ ਕਿ ਵਧਾ ਸਕਦੇ ਹਾਂ ਜਿੱਥੋਂ ਤੱਕ ਵੀ ਸਾਨੂੰ ਜਿਹੜੀ ਕਿ ਲੋੜ ਹੋਵੇ, ਯਾਨੀ ਕਿ ਅਨੰਤ ਬਿੰਦੂ ਤੱਕ, ਅਨੰਤ ਦੂਰੀ ਤੱਕ ਅਸੀਂ ਇਸ ਨੂੰ ਦੋਵਾਂ ਪਾਸੇ ਵਧਾ ਸਕਦੇ ਹਾਂ। ਫਿਰ ਲਾਈਨ ਸੈਗਮੈਂਟ ਜਾਂ ਰੇਖਾ ਖੰਡ ਜਿਹੜਾ ਹੁੰਦਾ ਹੈ ਕੀ ਹੁੰਦਾ, ਦੇਖੋ ਰੇਖਾ ਦਾ ਮਤਲਬ ਤਾਂ ਹੋ ਗਿਆ ਲਾਈਨ ਸਾਡੀ, ਸੈਗਮੈਂਟ ਦਾ ਮਤਲਬ ਹੋ ਗਿਆ ਇਸ ਦਾ ਇੱਕ ਹਿੱਸਾ। ਮਤਲਬ ਕਿ ਲਾਈਨ ਸੈਗਮੈਂਟ ਕੀ ਹੋਇਆ, ਰੇਖਾ ਦਾ ਹੀ ਇੱਕ ਸਾਡੇ ਕੋਲ ਜਿਹੜਾ ਕਿ ਹਿੱਸਾ ਹੁੰਦਾ ਹੈ ਜਿਸ ਦੇ ਦੋ ਬਿੰਦੂ ਹੁੰਦੇ ਹਨ। ਇੱਕ ਆਰੰਭਿਕ ਬਿੰਦੂ ਹੁੰਦਾ ਹੈ, ਜਿਸ ਤਰ੍ਹਾਂ ਇਹ ਹੈ ਸਾਡਾ ਆਰੰਭਿਕ ਬਿੰਦੂ, ਤੇ ਇਸ ਦਾ ਇੱਕ ਅੰਤਿਮ ਬਿੰਦੂ ਜਿਹੜਾ ਕਿ ਹੁੰਦਾ ਹੈ। ਸੋ ਧਿਆਨ ਰੱਖਣਾ ਰੇਖਾ ਖੰਡ ਦੇ ਦੋ ਬਿੰਦੂ ਹੁੰਦੇ ਹਨ, ਇੱਕ ਸ਼ੁਰੂ ਦਾ ਇੱਕ ਐਂਡ ਦਾ। ਫਿਰ ਸਾਡੇ ਕੋਲ ਹੁੰਦਾ ਰੇ ਕਿਰਨ। ਕਿਰਨ ਕੀ ਹੈ, ਇਸ ਦੀ ਸਭ ਤੋਂ ਜਿਹੜੀ ਵਧੀਆ ਐਗਜ਼ਾਮਪਲ ਆ ਤੁਸੀਂ ਦੇਖੋਗੇ ਜਦੋਂ ਸਵੇਰੇ ਤੁਸੀਂ ਉੱਠਦੇ ਹੋ ਮਾਰਨਿੰਗ ਦੇ ਵਿੱਚ ਤਾਂ ਤੁਸੀਂ ਪੂਰਬ ਦਿਸ਼ਾ ਵੱਲ ਕੀ ਵੇਖਦੇ ਹੋ ਕਿ ਇੱਕ ਕੁਦਰਤ ਦਾ ਦ੍ਰਿਸ਼ ਜਿਹੜਾ ਕਿ ਵਧੀਆ ਸਾਨੂੰ ਬੜਾ ਲੱਗਦਾ ਹੈ ਕਿ ਚੜ੍ਹਦਾ ਸੂਰਜ ਜਿਹੜਾ ਅਸੀਂ ਦੇਖਦੇ ਹਾਂ, ਤੇ ਜਿਸ ਦੀਆਂ ਇੱਕ ਰੇਜ਼ ਜਿਹੜੀਆਂ ਨੇ ਸਾਨੂੰ ਜਿਹੜੀਆਂ ਕਿ ਇੱਕ ਲਾਈਟ ਜਿਹੜੀ ਆਉਂਦੀ ਜਿਹੜੀ ਕਿ ਕਲੀਅਰ ਸਾਨੂੰ ਦਿਖਦੀ ਹੈ ਕਿ ਕਿਸ ਤਰ੍ਹਾਂ ਇੱਕ ਹਿੱਸਿਆਂ ਦੇ ਵਿੱਚ ਉਹ ਸਾਡੇ ਕੋਲ ਪਹੁੰਚ ਰਹੀ ਹੈ, ਜਿਸ ਨੂੰ ਅਸੀਂ ਰੇ ਜਾਂ ਕਿਰਨ ਨਾਲ ਬੁਲਾਉਂਦੇ ਹਾਂ। ਹੁਣ ਦੇਖੋ ਇਹ ਕੀ ਹੁੰਦਾ ਹੈ ਕਿ ਸਾਡੇ ਕੋਲ ਇੱਕ ਸਨ ਜਿਹੜਾ ਕਿ ਇੱਥੇ ਹੁੰਦਾ ਦਿੱਤਾ ਹੁੰਦਾ ਹੈ, ਠੀਕ ਹੈ, ਸੂਰਜ ਹੁੰਦਾ ਹੈ, ਤੇ ਉਸ ਤੋਂ ਜਿਹੜੀਆਂ ਰੇਜ਼ ਸਾਡੇ ਕੋਲ ਇਸ ਤਰ੍ਹਾਂ ਨਿਕਲਦੀਆਂ ਹਨ, ਠੀਕ ਹੈ। ਹੁਣ ਇਹ ਕੀ ਹੁੰਦਾ ਕਿ ਇਸ ਦਾ ਸਾਡੇ ਕੋਲ ਇੱਕ ਆਰੰਭਿਕ ਬਿੰਦੂ ਹੁੰਦਾ ਹੈ ਜਿਸ ਤੋਂ ਇੱਕ ਕਿਰਨ ਜਿਹੜੀ ਇਸ ਤਰ੍ਹਾਂ ਇੱਕ ਸਾਈਡ ਤੇ ਜਿਹੜਾ ਤੀਰ ਆ ਉਹ ਬਣਿਆ ਹੋਵੇਗਾ, ਜਿਸ ਨੂੰ ਅਸੀਂ ਕਿਰਨ ਜਾਂ ਰੇ ਬੋਲਾਂਗੇ। ਕਿਉਂਕਿ ਇਹ ਕਿ ਇੱਕ ਦਿਸ਼ਾ ਵੱਲੋਂ ਸੂਰਜ ਸਾਡੇ ਕੋਲ ਇੱਕ ਦਿਸ਼ਾ ਵੱਲ ਹੁੰਦਾ ਤੇ ਦੂਸਰੀ ਦਿਸ਼ਾ ਵੱਲ ਨੂੰ ਉਸ ਦੀ ਲਾਈਟ ਜਿਹੜੀ ਉਹ ਵੱਧਦੀ ਰਹਿੰਦੀ ਹੈ, ਜਿਸ ਕਰਕੇ ਅਸੀਂ ਇਸ ਨੂੰ ਕੀ ਬੋਲਾਂਗੇ ਕਿ ਰੇ, ਤੇ ਜਿਸ ਦਾ ਇੱਕ ਆਰੰਭਿਕ ਬਿੰਦੂ ਸੂਰਜ ਹੈ ਤੇ ਉਸ ਦੀ ਜਿਹੜੀ ਲਾਈਟ ਹੈ ਦੂਸਰੀ ਦਿਸ਼ਾ ਵੱਲ ਜਿਹੜੀ ਕਿ ਜਾ ਰਹੀ ਹੈ। ਹੁਣ ਇੱਕ ਰੇਖਾ ਹੋ ਕੇ ਅਸੀਂ ਲਾਈਨ ਬੋਲਾਂਗੇ ਤੇ ਜੇਕਰ ਲਾਈਨਸ ਲਿਖਦੇ ਹਾਂ ਤਾਂ ਇਸ ਦਾ ਮਤਲਬ ਸਾਡੇ ਕੋਲ ਕੀ ਹੋ ਜਾਏਗਾ, ਰੇਖਾਵਾਂ, ਠੀਕ ਹੈ ਜੀ। ਇਹ ਸੀ ਸਾਡੇ ਕੋਲ ਇੱਕ ਲਾਈਨ ਦੇ ਬਾਰੇ ਅਸੀਂ ਜਾਣਿਆ। ਸੋ ਹੋਰ ਅੱਗੇ ਲਾਈਨ ਦੀ ਗੱਲ ਕਰੀਏ ਤਾਂ ਲਾਈਨ ਇਹ ਇੱਕ ਚੌੜਾਈ ਰਹਿਤ ਲੰਬਾਈ ਹੁੰਦੀ ਹੈ। ਜੇਕਰ ਤੁਸੀਂ ਇਸ ਤਰ੍ਹਾਂ ਜਿਓਮੈਟਰੀ ਦੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਅਸੀਂ ਆਪਣਾ 5th ਚੈਪਟਰ ਕੀਤਾ ਹੈ ਯੂਕਲਿਡ ਜਿਓਮੈਟਰੀ। ਉਸ ਦੇ ਵਿੱਚ ਸਾਰਿਆਂ ਬਾਰੇ ਬੜੀ ਡਿਟੇਲ ਦੇ ਨਾਲ ਦੱਸਿਆ ਗਿਆ, ਜਿਸ ਵਿੱਚ ਅਸੀਂ ਐਕਸੀਅਮ ਐਂਡ ਪੋਸਟੂਲੇਟਸ ਜਿਹੜੇ ਸੀ ਉਹਨਾਂ ਤੇ ਵੀ ਗੱਲ ਕੀਤੀ ਹੈ। ਸੋ ਉਸ ਦਾ ਲਿੰਕ ਵੀ ਜਿਹੜਾ ਤੁਹਾਨੂੰ ਦੇ ਦਿੱਤਾ ਜਾਵੇਗਾ, ਸੋ ਉਸ ਨੂੰ ਜੇ ਸੁਣ ਲਓਗੇ ਤਾਂ ਸਭ ਤੋਂ ਵਧੀਆ ਜਿਹੜਾ ਤੁਹਾਡੇ ਲਈ ਹੋਵੇਗਾ। ਫਿਰ ਅਸੀਂ ਲਾਈਨਸ ਦੀਆਂ ਟਾਈਪਸ ਦੀ ਗੱਲ ਕਰੀਏ, ਠੀਕ ਹੈ, ਆਪਣੇ ਚੈਪਟਰ ਦੇ ਅਕੋਰਡਿੰਗਲੀ ਕਰਾਂਗੇ ਅਸੀਂ ਟਾਈਪਸ ਆਫ ਲਾਈਨਸ। ਰੇਖਾ ਦੀਆਂ ਕਿਸਮਾਂ, ਜਿਸ ਨੂੰ ਅਸੀਂ ਸਭ ਤੋਂ ਪਹਿਲਾਂ ਪੜ੍ਹਦੇ ਹਾਂ ਇੰਟਰਸੈਕਟ ਲਾਈਨਸ। ਇੰਟਰਸੈਕਟ ਲਾਈਨਸ ਕਾਟਵੀਆਂ ਰੇਖਾਵਾਂ। ਫਿਰ ਹੈ ਸਾਡੇ ਕੋਲ ਪੈਰਲਲ ਲਾਈਨਸ, ਠੀਕ ਹੈ। ਇਹਨਾਂ ਬਾਰੇ ਵੀ ਜਿਹੜਾ ਅਸੀਂ ਆਪਣੀ ਚੈਪਟਰ 5th ਦੇ ਵਿੱਚ ਜਿਹੜੀ ਕਿ ਗੱਲ ਕਰ ਚੁੱਕੇ ਹਾਂ। ਸੋ ਕਾਟਵੀਆਂ ਰੇਖਾਵਾਂ ਕੀ ਹੁੰਦੀਆਂ ਹਨ, ਇਸ ਤਰ੍ਹਾਂ ਸਾਡੇ ਕੋਲ ਜਿਹੜੀਆਂ ਰੇਖਾਵਾਂ ਕੱਟ ਜਾਂਦੀਆਂ ਹਨ ਕਿਸੇ ਬਿੰਦੂ ਤੇ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ, ਕਾਟਵੀਆਂ ਰੇਖਾਵਾਂ ਜਿਹੜਾ ਅਸੀਂ ਬੋਲ ਦਿੰਦੇ ਹਾਂ। ਮਤਲਬ ਕਿ ਇਹਨਾਂ ਦਾ ਇੱਕ ਕਾਟਵਾਂ ਬਿੰਦੂ ਹੁੰਦਾ ਹੈ ਜਿੱਥੇ ਦੋਵੇਂ ਕੀ ਮਿਲਦੀਆਂ ਹਨ ਇੱਕ ਦੂਸਰੀ ਨੂੰ। ਫਿਰ ਸਾਡੇ ਕੋਲ ਪੈਰਲਲ ਲਾਈਨ ਸਮਾਂਤਰ ਰੇਖਾਵਾਂ। ਸਮਾਂਤਰ ਰੇਖਾਵਾਂ ਕਿ ਸਾਡੇ ਕੋਲ ਇੱਕ ਰੇਖਾ ਇਹ ਬਣ ਗਈ, ਦੂਸਰੀ ਵੀ ਇਸ ਤਰ੍ਹਾਂ ਹੀ ਸਾਡੇ ਕੋਲ ਬਣਦੀ ਹੈ। ਸੋ ਇਸ ਦੇ ਵਿੱਚ ਕੀ ਹੁੰਦਾ, ਸਾਡੇ ਕੋਲ ਇਸ ਦੀ ਦੂਰੀ ਹਰ ਬਿੰਦੂ ਤੇ ਜਿਹੜੀ ਕਿ ਬਰਾਬਰ ਹੁੰਦੀ ਹੈ। ਜੇ ਸਾਡੇ ਕੋਲ ਇੱਥੇ 1 ਮੀਟਰ ਹੋ ਗਿਆ, ਸਾਡੇ ਕੋਲ ਇਸ ਜਗ੍ਹਾ ਤੇ ਜਾ ਕੇ ਜਿਹੜੀ ਦੂਰੀ ਆ ਉਹ
1 मीटर ही होएगी, उस दे विच कोई भी जिहड़ी तब्दीली आ वो नहीं आती। सो जेकर इस तरह 1 मीटर के नाल ये चलती रहे, बेशक इस तरह भी चलती रहे, देखो बराबरी दूरी बना के चल रही ने, ये समांतर रेखावान। जिस तरह साडे को पटड़ी जिहड़ी साडी हुंदी है, ट्रैक रेल का ट्रैक हुंदा है, वो इस तरह साडे को जाता है, ठीक है, किते भी वो कट नहीं करता एक दूसरे नूं, दोवें उसदी जिहड़ियां पटड़ियां हुंदियां ने, ठीक है। बराबर दूरी दे करने साडे को होणगे समांतर रेखावां। इस तरह ही सड़क के दोवें सिरे जिहड़े साडे को एक की हुंदे ने समांतर रेखावां दे, साडे को जिहड़ी उदाहरण जिहड़ी कि होवेगी। सो सब तो बेस्ट ढंग की आ मैथ सीखण दा, सब तो पहला अपने रियल लाइफ जिहड़ियां एग्जांपल्स या रोजाना जीवन दीयां उन्हां बारे ਲੱਭਣਾ शुरू कर दो। तुसीं ਜਦੋਂ भी उन्हां चीज़ां नूं देखोगे तुहानूं मैथमैटिकली जिहड़ी टर्म आ तुहानूं ऑटोमैटिकली तुहाडे माइंड दे विच जिहड़ी कि सैट हो जाएगी। ये असीं सीख लिया काटवीआं रेखावां ते पैरेलल लाइनस दे बारे। फिर साडे कोल आउंदा है साडा अगला वर्ड जिहड़ा की है कोण, एंगल, उसकी गल करते हैं। एंगल, कोण, सब तो पहले इसका जो साइन होंगे इस तरह असीं बनाते हैं कि ये लाइन होरिजोनटल रही है, थोड़ी साइड को टेढ़ी रही है, ठीक है। इसनूं असीं कोण दा जिहड़ा साइन असीं यूज करना है। हुण ये की हुंदा साडे को जदों भी साडे को दो रेखावां जिहड़ियां ने आपस विच मिलदियां हन, एक पॉइंट ते मिलन, जां असीं करिए कि एक ही बिंदु तो जदों दो रेखावां निकल, ठीक है, तो वो साडे को की बनाणगियां एक कोण जिहड़ा वो बनाणगियां। हमेशा कोण किस तरह पता लगता है कि कोण कित्थे बनया हुआ है, जदों तक ये वाली कर्ल जिहड़ी असीं एक चाप जिहड़ी है वो नहीं दर्शाते, नहीं शो करते, तो सानूं पता नहीं होएगा कि कोण जिहड़ा साडे को किधर बन रहा है। इसदा मतलब कि ये सानूं कोण दसदा है, इसदा मतलब ये जिहड़ा होया साडे को कोण होया, जिहड़ा एक दोवां रेखावां दे विचकार वाली जगह जिहड़ी हुंदी है साडे को कोण जिहड़ा वो बनांदी है। हुण कोणां दी टाइप्स की गल करिए, जिस विच सब तो पहला असीं गल करांगे अपने अक्यूट एंगल दी। अक्यूट एंगल, न्यून कोण, न्यून कोण, ये सारे कोण साडे को जिहड़े हुंदे हन 0 तो वड्डे अते 90 डिग्री तो सॉरी इत्थे 0 डिग्री तो छोटे हुंदे हन, ठीक है। लिखांगे असीं इत्थे लिख लो एंगल ए फॉर एंगल 0 तो वड्डा अते 90 तो छोटा, 90 डिग्री तो, ठीक है। फिर साडे को आंदा है राइट एंगल। राइट एंगल साडे को हुंदा है समकोण। समकोण की गल करिए साडे को एग्जैक्ट जिहड़ा एक 90 डिग्री के बराबर जिहड़ा कोण हुंदा है। फिर साडे को आंदा है ऑब्ट्यूस एंगल। अधिक कोण, अधिक कोण की गल करते हैं 90 डिग्री तो वड्डे अते 180 डिग्री तो छोटे। ए फॉर एंगल, एंगल ग्रेटर दैन 90 डिग्री एंड लेस दैन 180 डिग्री। फिर आता साडे को नंबर 4 स्ट्रेट लाइन एंगल, सरल रेखा सॉरी सरल कोण जां सीधी रेखा दा कोण। ये साडे को की हुंदा है एग्जैक्ट 180 डिग्री दे बराबर जिहड़ा साडे कोल हुंदा है। एंगल इज इक्वल टू 180 डिग्री, सो देयरफॉर एंगल इज इक्वल टू 90 डिग्री। सो फिर फिफ्थ आंदा साडे को रिफ्लैक्स एंगल, इसनूं असीं रिफ्लैक्स ही लिखते हैं। सो ये साडे को हुंदा है 180 डिग्री तो वड्डे अते 360 डिग्री तो छोटे। एंगल ग्रेटर दैन 180 डिग्री एंड लेस दैन 360 डिग्री। सो फिर साडे को आंदा है 6 कंप्लीट एंगल। कंप्लीट एंगल जिसनों असीं बोलते हैं संपूर्ण कोण। सो संपूर्ण कोण एग्जैक्टली साडे को 360 डिग्री दे जिहड़ा कि बराबर हुंदा है। हुण असीं एक
ਇਹ ਕੋਣ ਬਣਾਉਂਦੇ ਆ, ਇਹ ਵਾਲਾ ਸਾਡੇ ਕੋਲ ਬਣ ਗਿਆ ਕੋਣ 90 ਡਿਗਰੀ, ਕਿਉਂਕਿ ਜਿਹੜਾ ਬਿਲਕੁਲ ਸਿੱਧਾ ਹੈ ਸਾਡੇ ਕੋਲ ਦੇਖੋ 90 ਡਿਗਰੀ। ਇਸ ਦੇ ਇਧਰਲੀ ਦਿਸ਼ਾ ਦੇ ਵਿੱਚ ਸਾਡੇ ਕੋਲ ਸਾਰੇ ਕੋਣ ਜਿਹੜੇ ਹੋਣਗੇ ਉਹ ਕਿਹੜੇ ਹੋਣਗੇ, ਨਿਊਨ ਕੋਣ ਹੋਣਗੇ। ਅਤੇ ਇਸ ਦਿਸ਼ਾ ਵਿੱਚ ਸਾਡੇ ਕੋਲ ਸਾਰੇ ਜਿਹੜੇ ਕੋਣ ਹੋਣਗੇ ਉਹ ਹੋਣਗੇ ਅਧਿਕ ਕੋਣ, ਜਿਨ੍ਹਾਂ ਨੂੰ ਅਸੀਂ ਬੋਲਿਆ obtuse ਐਂਗਲ। ਤੇ ਇੱਥੋਂ ਜਦੋਂ ਸਾਡੇ ਕੋਲ ਰੇਖਾ ਇਧਰਲੀ ਸਾਈਡ ਤੇ ਆ ਜਾਏਗੀ ਤਾਂ ਇਹ ਸਾਡੇ ਕੋਲ ਬਣ ਜਾਏਗਾ ਇੱਕ 180 ਡਿਗਰੀ ਦਾ ਕੋਣ, ਠੀਕ ਹੈ, ਸਰਲ ਕੋਣ ਜਾਂ ਸਟ੍ਰੇਟ ਲਾਈਨ ਐਂਗਲ। ਸੋ ਇਸ ਤੋਂ ਨੀਚੇ ਜਦੋਂ ਅਸੀਂ ਇੱਧਰ ਤੱਕ ਜਾਂਦੇ ਹਾਂ ਤਾਂ ਸਾਡੇ ਕੋਲ ਸਾਰੇ ਹੀ ਜਿਹੜੇ ਕੋਣ ਆ ਉਹ ਰਿਫਲੈਕਸ ਕੋਣ ਜਿਹੜੇ ਸਾਡੇ ਕੋਲ ਆਉਂਦੇ ਹਨ। ਸੋ ਕੰਪਲੀਟ ਜਦੋਂ ਅਸੀਂ ਇਸ ਤਰ੍ਹਾਂ ਚੱਕਰ ਲਗਾਉਂਦੇ, ਇੱਕ ਸਰਕਲ ਲਗਾਉਂਦੇ, ਇੱਥੇ ਪਹੁੰਚ ਜਾਂਦੇ ਇਸ ਪੁਆਇੰਟ ਤੇ ਤਾਂ ਸਾਡੇ ਕੋਲ 360 ਆ ਜਾਂਦਾ ਹੈ, ਜਿਸ ਨੂੰ ਅਸੀਂ ਕੰਪਲੀਟ ਐਂਗਲ ਜਾਂ ਸੰਪੂਰਨ ਕੋਣ ਜਿਹੜਾ ਕਿ ਬੋਲਦੇ ਹਾਂ। ਸੋ ਇਸੇ ਸਾਡੀਆਂ ਕੋਣਾਂ ਦੀਆਂ ਕਿਸਮਾਂ ਜਿਹੜੀਆਂ ਅਸੀਂ ਵੇਖੀਆਂ ਹਨ। ਸੋ ਫਿਰ ਅਸੀਂ ਗੱਲ ਕਰਦੇ ਹਾਂ ਕਿ ਰਿਫਲੈਕਸ ਕੋਣ ਦੀ ਥੋੜੀ ਜਿਹੀ। ਦੇਖੋ ਇਸ ਤਰ੍ਹਾਂ ਕੋਈ ਵੀ ਕੋਣ ਅਗਰ ਸਾਡੇ ਕੋਲ ਬਣਿਆ ਹੋਇਆ ਹੈ, ਇਹ ਸਾਡੇ ਕੋਲ ਹਮੇਸ਼ਾ ਨਿਊਨ ਕੋਣ ਬਣੇਗਾ ਅਤੇ ਇਸ ਦੀ ਆਪੋਜੀਟ ਦਿਸ਼ਾ ਦੇ ਵਿੱਚ ਦੂਸਰੇ ਪਾਸੇ ਹਮੇਸ਼ਾ ਤੁਹਾਡੇ ਕੋਲ ਰਿਫਲੈਕਸ ਕੋਣ ਜਿਹੜਾ ਕਿ ਬਣੇਗਾ। ਜੇਕਰ ਇਸ ਤਰ੍ਹਾਂ ਹੀ ਤੁਹਾਡੇ ਕੋਲ ਇੱਕ ਇੱਧਰ ਬਣ ਰਿਹਾ obtuse ਕੋਣ, ਠੀਕ ਆ, obtuse ਐਂਗਲ ਅਧਿਕ ਕੋਣ, ਦੇਖੋ 90 ਇੱਥੇ ਬਣੇਗਾ, 90 ਤੋਂ ਵੱਡਾ ਹੋ ਗਿਆ ਤਾਂ ਇਹਦੀ ਇਸ ਦਿਸ਼ਾ ਦੇ ਵਿੱਚ ਸਾਡੇ ਕੋਲ ਰਿਫਲੈਕਸ ਕੋਣ ਜਿਹੜਾ ਕਿ ਉਹ ਬਣ ਜਾਏਗਾ। ਸੋ ਕਲੀਅਰ। ਹੁਣ ਅਸੀਂ ਆਪਣੇ ਜਿਹੜਾ ਟੌਪਿਕ ਹੈ ਰੇਖਾਵਾਂ ਤੇ ਕੋਣ, ਉਸ ਦੇ ਬਾਰੇ ਗੱਲ ਕਰਾਂਗੇ ਤੇ ਵੇਖਦੇ ਹਾਂ ਕਿ ਅਸੀਂ ਉਸ ਵਿੱਚ ਜਿਹੜੇ ਕੋਣ ਨੇ ਇੱਕ ਰੇਖਾਵਾਂ ਦੇ ਨਾਲ ਜਿਨ੍ਹਾਂ ਦਾ ਸੰਬੰਧ ਹੋਵੇਗਾ ਸਾਡੇ ਕੋਲ ਉਹ ਕਿਸ ਤਰ੍ਹਾਂ ਜਿਹੜਾ ਕਿ ਬਣਦਾ ਹੈ। ਸੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਇਸ ਦੇ ਲਈ ਅਸੀਂ ਦੋ ਸਮਾਂਤਰ ਰੇਖਾਵਾਂ ਜਿਹੜੀਆਂ ਕਿ ਲਗਾਉਂਦੇ ਹਾਂ, ਇੱਕ ਅਤੇ ਦੋ। ਇਹ ਸਾਡੇ ਕੋਲ ਦੋ ਜਿਹੜੀਆਂ ਨੇ ਸਮਾਂਤਰ ਰੇਖਾਵਾਂ ਹਨ, ਇੱਕ ਸਾਡੇ ਕੋਲ M ਹੈ, ਦੂਸਰੀ ਸਾਡੇ ਕੋਲ N ਹੈ। ਤੇ ਇੱਕ ਰੇਖਾ ਅਸੀਂ ਉਹ ਬਣਾਣੀ ਹੈ ਜਿਹੜੀ ਇਹਨਾਂ ਰੇਖਾਵਾਂ ਨੂੰ ਕੱਟ ਰਹੀ ਹੋਵੇ। ਇਹ ਸਾਡੇ ਕੋਲ ਇੱਕ T ਰੇਖਾ ਹੈ ਜਿਸ ਦੀ ਇਸ ਨੂੰ ਕੱਟ ਰਹੀ ਹੈ। ਸੋ ਇਹ ਇਸ ਨੂੰ ਅਸੀਂ ਬੋਲਦੇ ਹਾਂ ਕਾਟਵੀਂ ਰੇਖਾ, ਕਾਟਵੀਂ ਰੇਖਾ ਜੋ ਕੱਟ ਰਹੀ ਹੈ, ਜਿਸ ਨੂੰ ਅਸੀਂ ਬੋਲਾਂਗੇ ਟ੍ਰਾਂਸਵਰਸ ਲਾਈਨ। ਸੋ ਇਹ ਦੋਵੇਂ ਸਾਡੇ ਕੋਲ ਹੀ ਹੋਣਗੀਆਂ ਪੈਰਲਲ ਲਾਈਨਸ। ਸੋ ਇਸ ਤਰ੍ਹਾਂ ਇੱਕ ਸਾਈਨ ਬਣਾ ਲੈਣਾ ਸੀ, ਪੈਰਲਲ ਲਾਈਨਸ, ਸਮਾਂਤਰ ਰੇਖਾਵਾਂ, ਠੀਕ ਹੈ। ਹੁਣ ਇੱਥੇ ਸਾਡੇ ਕੋਲ ਜਿਹੜੇ ਕੋਣ ਬਣਨਗੇ, ਇੱਕ ਸਰਕਲ ਅਸੀਂ ਇਸ ਤਰ੍ਹਾਂ ਲਗਾਉਂਦੇ ਹਾਂ, ਇੱਕ ਸਾਈਡ ਕਰਲ ਅਸੀਂ ਇੱਥੇ ਲਗਾਤਾ। ਸਾਡੇ ਕੋਲ ਹੋ ਗਿਆ 1 2 3 4 5 6 7 ਤੇ 8। ਸਾਡੇ ਕੋਲ ਇਸ ਤਰ੍ਹਾਂ ਜਿਹੜੇ ਕੋਣ ਨੇ 8 ਕੋਣ ਜਿਹੜੇ ਕਿ ਬਣ ਜਾਂਦੇ ਹਨ। ਮਤਲਬ ਕਿ ਦੇਖ ਹੀ ਰਿਹਾ ਤੁਹਾਡੇ ਕੋਲ ਇੱਕ ਸਰਕਲ ਜਿਹੜਾ ਉਹ 4 ਪਾਰਟਸ ਦੇ ਵਿੱਚ ਜਿਹੜਾ ਕਿ 4 ਭਾਗਾਂ ਦੇ ਵਿੱਚ ਜਿਹੜਾ ਕਿ ਵੰਡ ਦਿੱਤਾ ਗਿਆ, ਜਿਸ ਦੇ ਵਿੱਚ ਅਸੀਂ ਪਹਿਲਾਂ ਲਿਖਾਂਗੇ ਕੋਣ ਐਂਗਲ ਹੋਣਗੇ ਸਾਡੇ ਕੋਲ, ਫਿਰ ਸਾਡੇ ਕੋਲ ਹੋਏਗਾ ਕੋਣਾਂ ਦੇ ਨਾਮ, name of the angles, फिर ਸਾਡੇ ਪਾਏਗਾ ਸੰਬੰਧ ਕਿ ਕੋਣਾਂ ਵਿੱਚ ਜਿਹੜਾ ਸੰਬੰਧ ਹੋਏਗਾ ਉਹ ਕੀ ਹੋਏਗਾ ਸਾਡੇ ਕੋਲ, ਮਤਲਬ ਕਿ ਇੱਥੇ ਆ ਜਾਏਗਾ ਸਾਡੇ ਕੋਲ ਰਿਲੇਸ਼ਨ, ਠੀਕ ਹੈ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਆਏਗਾ vertically opposite angles, vertically opposite angles, शिखर सन्मुख कोण। फिर साडे को आंदा है इंटीरियर अल्टरनेट एंगल्स, अंदरले एकांतर कोण। फिर साडे को इस तरह आ जाएगा टाइप 3 एक्सटीरियर अल्टरनेट एंगल्स, बाहरले एकांतर
कोण। फिर साडे को आएगा कॉरस्पॉन्डिंग एंगल्स, कॉरस्पॉन्डिंग एंगल्स, संगत कोण, सो इस तरह ਜਿਹੜੇ ਸਾਡੇ ਕੋਲ ਕੋਣ ਹੋਣਗੇ ਜਿਸ ਦੇ ਵਿੱਚ ਫਿਰ ਸਾਡੇ ਕੋਲ ਆਣਗੇ ਕੋ ਇੰਟੀਰੀਅਰ, ਕੋ ਇੰਟੀਰੀਅਰ एंगल्स, एक ही पासे दे अंदरले कोण। फिर साडे को आएगा को एक्सटीरियर एंगल्स, इस तरह भी एंगल्स लिख सकते हैं। ये आएगा साडे को एक ही पासे दे बाहरले कोण। ठीक है जी, ये असी लिखियां ने कौन सी टाइप्स जिन्हां दे विच साडे कोल आईयां हन वर्टिकली ऑपोजिट एंगल्स आया है, फिर साडे कोल आया है इंटीरियर अल्टरनेट एंगल्स, एक्सटीरियर अल्टरनेट एंगल्स, कॉरस्पॉन्डिंग एंगल्स, को इंटीरियर को एक्सटीरियर। सो ये साडे को कोण बने हुए हैं 8 ते हुण असी इन्हां दे नाम लिखने ते असी इत्थे लिखांगे कोणां दे नाम कि इस कैटेगरी दे विच किहड़े-किहड़े कोण जिहड़े साडे कोल आंदे हन, जिन्हां नूं असी स्टैप बाय स्टैप जिहड़े कि डिस्कस भी करते जाना है। सब तो पहला है वर्टिकली। वर्टिकली जो भी दो रेखावां आपस में इस तरह कटदियां हन तो जिहड़े भी कोण बनांदियां हन, देखो एक तो कोण ए बनाणगियां, दूसरे कोण इस तरह बनाणगियां। ठीक है, हुण ध्यान नाल समझना है एक चीज नूं जो भी असीं डिस्कस करनी है। दो रेखावां नहीं आपस दो रेखावां सी आपस में कट्टियां ते साडे कोल किन्ने कोण बन गए, 4 कोण बन गए। हुण देखो एक साइड ते मैं एक एक लाइन लगाई है, एक एक मतलब कर्ल जिहड़ी कि चाप लगाई है, दूजे पासे मैं दो दो लगाईयां हन। ठीक है, ये की शो करदी हन, सो ये सस्पेंस रखदे आ, देखदे आ असीं इसनूं कित्थे डिस्कस करना है। सब तो पहला तो ये साडे कोल जिहड़े शिखर सन्मुख कोण जिहड़े कि होणगे। ठीक है, सो इस दे विच साडे कोल की आंदा है कोण 1 बराबर कोण 4, कोण 1 अते 4। फिर साडे कोल आंदा है एंगल 2 एंड एंगल 3। ठीक है, इस सर्कल चो आ गया। फिर इस सर्कल की गल करते हैं एंगल 5 एंड एंगल 8 कॉमा एंगल 6 एंड एंगल 7 अते कोण 7। इन्हां दे विच रिलेशन की हुंदा है कि ये जिहड़े कोण ने असीं लिखे आपस विच की होणगे बराबर। ठीक है, इसका मतलब ये होएगा कि जो दो लाइन्स इत्थे लगियां दो इधर के ये कोण जिहड़े आपस विच दोवें बराबर होणगे। इस तरह ये कोण जिहड़े आपस विच बराबर होणगे। इस तरह असीं कॉमा पा के लिखदे हां 2 इक्वल टू 3, इस तरह 5 इज इक्वल टू 8 कॉमा 6 इज इक्वल टू 7। ये सी साडे को फर्स्ट टाइप जिहड़ी कि वर्टिकली ऑपोजिट एंगल्स साडे को सन। फिर आंदा इंटीरियर अल्टरनेट एंगल्स, अंदरले एकांतर कोण। ठीक है, हुण ये रेखावां ने साडे को सब तो पहला अंदरले ते बाहरले कोणां दी गल कर लईए। सानू पता है साडे को दो समांतर रेखावां दित्तियां गईयां हन, एक M ते दूसरी N। ਹੁਣ ਜਿਹੜਾ ਏਰੀਆ ਇਹਨਾਂ ਦੇ ਅੰਦਰ ਰਹੇਗਾ ਉਹ ਅੰਦਰਲੇ ਕੋਣ ਕਹਾਲਾਵੇਗਾ। ਠੀਕ ਹੈ, ਜਿਹੜੇ ਵੀ ਕੋਣ ਇਸ ਦੇ ਅੰਦਰ ਬਣਨਗੇ ਉਹ ਇਸ ਦੇ ਇੰਟੀਰੀਅਰ ਐਂਗਲਸ ਹੋਣਗੇ। ਸੋ ਜੋ ਬਾਹਰ ਬਣਨਗੇ ਇਹਨਾਂ ਤੋਂ ਉਹ ਸਾਡੇ ਬਾਹਰੀ ਕੋਣ ਜਾਂ ਐਕਸਟੀਰੀਅਰ ਜਿਹੜੇ ਸਾਡੇ ਐਂਗਲ ਜਿਹੜੇ ਉਹ ਹੋਣਗੇ। ਸੋ ਅੰਦਰ ਕਿਹੜੇ ਕੋਣ ਆਉਂਦੇ ਹਨ ਸਾਡੇ ਕੋਲ 3 4 5 ਤੇ 6। ਠੀਕ ਹੈ, ਇਹ ਤਾਂ ਹੋ ਗਏ ਇੰਟੀਰੀਅਰ ਦੀ ਗੱਲ ਕਰੀਏ। ਅਲਟਰਨੇਟ मतलब कि बदलਵੇਂ। ठीक है, इधर 3 है इधर 6, ये आपस में अल्टरनेट होंगे हैं। ठीक है, देखो राइट लैफ्ट लैफ्ट राइट इन्हां दे लई तुसीं याद रखना है कि ये साडे को आर एल एंड एल आर, राइट लेफ्ट राइट। ठीक है, अंदरली दिशा च इंटीरियर च साडे को आणगे कोण 3 अते कोण 6। फिर आ गया कोण 4 अते कोण 5। आपस में की हुंदे ने साडे को ये बराबर हुंदे ने। कोण 3 बराबर होएगा कोण 6 दे, इस तरह 4 बराबर होएगा 5 दे। सो क्लियर। इस तरह फिर साडे को आंदे एक्सटीरियर अल्टरनेट एंगल। सेम इन्हां ने भी याद रखना है आर एल एंड एल आर, राइट लेफ्ट राइट। हुण किहड़े आ जाणे साडे को वर्ड आंदा साडे को बाहरी बाहरले जां एक्सटीरियर, मतलब कि ਅਸੀਂ ਬਾਹਰ ਚਲ ਜਾਗੇ इस साइड ते इस दिशा दे विच। अंदरले कोणां दी गल ਅਸੀਂ ਹੁਣ नहीं करांगे। ਹੁਣ ਇੱਕ ਦੇ ਸਾਹਮਣੇ ਦੇਖੋ ਕੋਣ ਸਾਡੇ ਕੋਲ ਕਿਹੜਾ ਹੁੰਦਾ ਹੈ, ਇਹ ਰਾਈਟ, ਇਸ ਦੀ ਲੈਫਟ ਕੀ ਹੈ, ਇਸ ਤਰ੍ਹਾਂ ਦੇਖਣੀ ਹੈ ਅਸੀਂ। ਠੀਕ ਹੈ, ਡਾਇਗੋਨਲੀ ਤਿਰਛੀ ਦੇਖਣੀ ਹੈ। 1 8 ਸਾਡੇ ਕੋਲ ਆਏਗਾ 1 ਅਤੇ 8, ਦੂਸਰਾ ਆਏਗਾ ਸਾਡੇ ਕੋਲ
2 ਅਤੇ 7। इस तरह ये भी आपस में की होणगे एक दूसरे के बराबर होणगे। ठीक है जी, इस तरह साडी कोई भी टाइप क्लीयर होंदी है टाइप। फिर साडी को आंदा है कोरस्पोंडिंग एंगल, संगत कोण। तो संगत कोणां दी गल करदे हां। ये साडे कोल संगत कोण हुंदे हन, एक साडे को बाहरी कोण अते दूसरा साडे कोल अंदरला कोण जिहड़ा साडे को हुंदा है। ठीक है, एक बाहरी एक अंदरूनी कोण। एक सर्कल ऊपर बनया है साडे को, एक सर्कल जो साडे कोल नीचे बनया है। इसदा उपरला कोण ते इसदा भी उपरला कोण ध्यान नाल समझना है। दो सर्कल हैं साडे को, एक इस तरह बनया दूसरा इस तरह, इसके भी 4 पार्ट्स, इसके भी 4 पार्ट। ठीक है, इस तरह उसी कर लिया। इसका भी अपर कोण, इसका भी अपर कोण। ठीक है, ये देखो इस तरह बन गया। हुण जे असीं इस साइड ते देखते हैं, इसका भी पहला कोण ये 5 आंदा है, इसका किहड़ा 1 है। इसका मतलब साडे को आएगा 1 अते 5। फिर साडे को आंदा है इस तरह 2 अते 6। फिर साडे को आंदा है, देखो ये तो हो गया साडे को। ठीक है, ये भी हो गया अपर अपर। हुण साडे को आएगा लोअर लोअर 3 अते 7, कोण 3 अते कोण 7, कॉमा इस तरह ही कोण 4 अते 8। ये साडे कोल कोरस्पोंडिंग या संगत कोण। इन्हां दा आपस में संबंध की हुंदा है कि 1 जमा 5 बराबर होएगा साडे को 180 डिग्री। इस तरह ही 2 जमा 6 बराबर होएगा साडे को 180 डिग्री। ठीक है, इस तरह ही 3 जमा 7 बराबर होएगा 180 डिग्री। इस तरह 4 जमा 8 बराबर होएगा 4 + 8 साडे को होएगा 180 डिग्री। लेकिन इन्हां दोवां कोणां दे साडे को जिहड़े जोड़ हुंदे हैं साडे को प्लस हुंदी है, वो 180 डिग्री के बराबर हुंदा है। देखो अपर 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 लोअर एंड लोअर लोअर एंड लोअर। ठीक है, फिर साडे को आंदा को इंटीरियर एंगल्स। देखो इंटीरियर की गल हो रही है, को दा मतलब एक ही दिशा दे जिहड़े साडे को कोण होणगे। इत्थे लिखिया भी होया सी एक ही पासे दे अंदरले कोण। इस च आएगा साडे को ए वाले कोण। अंदरले कोण है तो मतलब असीं अंदरली गल करांगे। एक ही पासे दे 3 अते 5 4 अते 6। साडे को इच आएगा 3 अते 5, फिर आएगा साडे को 4 अते 6। फिर लिखिया सी को एक्सटीरियर एंगल्स, एक ही पासे दे बाहरली दिशा च आ जाओ 1 अते 7, 1 अते 7। फिर साडे को आ गया 2 अते 8। क्लियर। हुण इन्हां दे विच संबंध इन्हां दा जिहड़ा प्लस हुंदा साडे को 3 + 5 बराबर 180 डिग्री। इस तरह साडे को 4 + 6 जिहड़ा होएगा वो भी 180 डिग्री। ठीक है, फिर साडे को आएगा 1 + 7 = 180 डिग्री। फिर साडे को आएगा 2 + 8 = 180 डिग्री। सो ये सी साडीआं जिहड़ियां कोणां दीयां किस्मां ते उन्हां दे विच संबंध जिहड़ा कि कदों जदों साडे को दो पैरेलल लाइनस दित्तियां हन ते एक साडे को काटवी रेखा ट्रांसवर्सल लाइन दित्ती है जो इन्हां दोवां रेखावां नूं कट रही है ते किन्ने कोण बनादी है कट के 8 कोण जिहड़े कि बना दिंदी है। हुण असीं ये देखना है कि ये जिहड़े कोण ने जिन्हां दा 180 डिग्री प्लस जिहड़ा साडे को बनदा है वो किस तरह बनदा है। सो ध्यान नाल समझना है। असीं एक एंगल पढ़िया साडा जिहड़ा सीगा स्ट्रेट लाइन। सो स्ट्रेट लाइन एंगल जिहड़ा हुंदा साडे को इज इक्वल टू 180 डिग्री। इट मीन साडे को सेंटर पॉइंट ही आ जांदा। इस तरह जिहड़ा साडे को एक हाफ जिहड़ा साडा प्रोट्रैक्टर हुंदा है डी, जिसनूं तुसीं बोलदे जिहड़ा तुहानूं ज्योमैट्री बॉक्स मिलदा है, उसदी शेप इस दी हुंदी है। इधर साडे को 0 हुंदा है, इधर 180 डिग्री हुंदा है। सो ये साडे को 180 डिग्री का कोण बनता है। हुण ध्यान नाल समझना कि असीं की जिहड़ा कि सिੱਖਣ ਲੱਗੇ ਹਾਂ। साडे को हुंदा लीनियर पेयर, एक हुंदा लीनियर पेयर एंगल। इस दे विच साडे कोल की आंदा है कि ये साडे को एक पॉइंट हुंदा है, इस दे उपर साडे को देखो दो कोण बन गए। इस साइड ते भी 90 होएगा, साडे को इधर भी 90 होएगा, जिहड़ा साडे को कितना कोण बनावेगा 180 डिग्री। सो इस तरह एक असीं लाइन जेकर इस तरह मार लैंदे हां। ठीक है, इत्थे साडे को एक ए कोण 180 डिग्री है। इत्थे असीं जिन्ने भी मर्जी इस तरह कोण बनाई जाइए 3 बन गए साडे को।
ਇਹ ਸਾਡੇ ਕੋਲ ਲੀਨੀਅਰ ਪੇਅਰ ਦੇ ਵਿੱਚ ਆਣਗੇ। ਠੀਕ ਹੈ, ਇੱਕ ਲੀਨੀਅਰ ਲਾਈਨ ਹੈ ਸਾਡੇ ਕੋਲ, ਉਸ ਦੇ ਉੱਪਰ ਜਿਹੜੇ ਕੋਣ ਜਿਹੜੇ ਬਣ ਰਹੇ ਹਨ ਤੇ ਜਿਨ੍ਹਾਂ ਦਾ ਜੋੜ ਜਿਹੜਾ ਸਾਡੇ ਕੋਲ ਸਾਰਾ ਹੀ 180 ਡਿਗਰੀ ਹੀ ਬਣਦਾ ਰਹੇਗਾ। ਹੁਣ ਗੱਲ ਕਰਦੇ ਆ ਆਪਣੇ ਕੋਣਾਂ ਦੀ ਜਿਨ੍ਹਾਂ 'ਚ ਅਸੀਂ 180 ਡਿਗਰੀ ਜਿਹੜਾ ਕਿ ਸਿੱਖਿਆ ਹੈ। ਸਭ ਤੋਂ ਪਹਿਲਾਂ ਕੋਰਸਪੋਂਡਿੰਗ ਐਂਗਲ ਇਹਨਾਂ ਦਾ ਸਮ 180 ਡਿਗਰੀ ਹੁੰਦਾ ਹੈ। ਸਭ ਤੋਂ ਪਹਿਲਾਂ ਕੋਣ 5 ਚੱਕਦੇ ਆ ਅਸੀਂ। ਠੀਕ ਹੈ, ਇਹ ਅਸੀਂ ਲਾਈਨ ਬਣਾਉਂਦੇ ਆ, ਐਂਗਲ 5 ਚੱਕਿਆ ਅਸੀਂ ਇਸ ਜਗ੍ਹਾ, ਸੌਰੀ ਐਂਗਲ 1, ਇਹ ਐਂਗਲ 1 ਹੈ ਸਾਡੇ ਕੋਲ, ਇਹ ਸਾਡੇ ਕੋਲ ਐਂਗਲ 5 ਹੈ। ਕਲੀਅਰ। ਸੋ ਜਦੋਂ ਦੋਵੇਂ ਕੋਣਾਂ ਨੂੰ ਅਸੀਂ ਜੋੜਦੇ, ਧਿਆਨ ਨਾਲ ਸਮਝਣਾ ਹੈ, ਇਸ ਐਂਗਲ ਨੂੰ ਮੈਂ ਇਸ ਤਰ੍ਹਾਂ ਰਿਵਰਸ ਕਰਤਾ, ਪੁੱਠਾ ਕਰ ਦਾਂਗਾ ਨਾ, ਤਾਂ ਜਿਹੜੀ ਇਹ ਵਾਲੀ ਸਾਈਡ ਹੈ ਇੱਥੇ ਸਾਡੇ ਕੋਲ ਇੰਨਾ ਹੀ ਏਰੀਆ ਇੱਧਰ ਹੈ, ਸਾਡੇ ਕੋਲ ਇੱਕ ਹੀ ਕੋਣ ਬਣ ਜਾਏਗਾ ਇਸ ਤਰ੍ਹਾਂ। ਠੀਕ ਹੈ, ਜਦੋਂ ਦੋਵਾਂ ਨੂੰ ਜੋੜ ਦਾਂਗੇ ਨਾ ਸਾਡੇ ਕੋਲ ਇਹ ਚੀਜ਼ ਬਣ ਜਾਏਗੀ। ਸੋ ਸਾਡੇ ਕੋਲ ਕੀ ਬਣ ਜਾਏਗਾ 180 ਡਿਗਰੀ। ਸੋ ਇਸ ਕਰਕੇ ਇਹਨਾਂ ਦੇ ਕੋਣਾਂ ਦਾ ਜਿਹੜਾ ਜੋੜ ਸਾਡੇ ਕੋਲ ਹੁੰਦਾ ਹੈ 180 ਡਿਗਰੀ ਹੁੰਦਾ ਹੈ। ਸੋ ਇਸ ਤਰ੍ਹਾਂ ਕੋ ਇੰਟੀਰੀਅਰ ਕੋ ਐਕਸਟੀਰੀਅਰ ਦੀ ਗੱਲ ਕਰਦੇ ਹਾਂ। ਇੱਕ ਕੋਣ ਸਾਡੇ ਕੋਲ ਇੱਧਰ ਬਣ ਰਿਹਾ, ਦੂਸਰਾ ਸਾਡੇ ਕੋਲ ਇੱਥੇ ਬਣ ਰਿਹਾ। ਠੀਕ ਹੈ, ਇਹਨੂੰ ਜੋੜਦੇ ਆ, ਇਸ ਕੋਣ ਨੂੰ ਬਿਲਕੁਲ ਚੱਕ ਕੇ ਅਸੀਂ ਇਹ ਵਾਲਾ ਹਿੱਸਾ ਦੇਖੋ, ਇਹ ਜਿਹੜਾ ਇੰਨਾ ਹਿੱਸਾ, ਇਸ ਕੋ ਐਂਗਲ ਨੂੰ ਚੱਕ ਕੇ ਅਸੀਂ ਇੱਧਰ ਲੈ ਜਾਣਾ ਹੈ ਉੱਪਰ। ਠੀਕ ਹੈ, ਇਹ ਵਾਲੀ ਜਿਹੜੀ ਲਾਈਨ ਹੈ ਸਾਡੇ ਕੋਲ ਤਾਂ ਇੱਧਰ ਆ ਗਈ, ਫਿਰ ਉੱਪਰ ਵਾਲਾ ਹਿੱਸਾ ਸਾਡੇ ਕੋਲ ਇਸ ਤਰ੍ਹਾਂ ਬਣ ਗਿਆ। ਸਾਡੇ ਕੋਲ ਬਣ ਗਏ ਨੇ ਇੱਕ ਡੀ ਪ੍ਰੋਟੈਕਟਰ ਬਣ ਗਿਆ। ਇਹਦਾ ਮਤਲਬ ਇਹ ਸਾਡੇ ਕੋਲ ਕੀ ਹੋਇਆ, ਲੀਨੀਅਰ ਪੇਅਰ ਹੋ ਗਿਆ। ਤੇ ਜਿਹੜਾ ਸਾਡੇ ਕੋਲ ਜਿਸ ਦਾ ਜੋੜ ਜਿਹੜਾ ਕਿਹਦੇ ਬਰਾਬਰ ਹੋਊਗਾ 180 ਡਿਗਰੀ ਦੇ। ਸੋ ਇਸ ਤਰ੍ਹਾਂ ਅਸੀਂ ਆਪਣੇ ਜਿਹੜਾ ਟੌਪਿਕ ਆ ਸਾਡਾ ਰੇਖਾਵਾਂ ਅਤੇ ਕੋਣ ਲਾਈਨਸ ਐਂਡ ਐਂਗਲ ਚੈਪਟਰ 6 ਹੈ, ਉਸ ਦੀ ਇੰਟਰੋਡਕਸ਼ਨ ਵੇਖੀ ਹੈ, ਜਿਸ ਵਿੱਚ ਅਸੀਂ ਲਾਈਨਸ ਬਾਰੇ ਸਿੱਖਿਆ, ਉਸ ਤੋਂ ਬਾਅਦ ਐਂਗਲਸ ਬਾਰੇ ਸਿੱਖਿਆ, ਉਹਨਾਂ ਦੀਆਂ ਟਾਈਪਸ ਕਿਸਮਾਂ ਦੇਖੀਆਂ ਜਿਹੜੀਆਂ ਸਾਡੀਆਂ ਬੇਸਿਕਸ ਸੀਗੀਆਂ। ਫਿਰ ਅਸੀਂ ਉਹਨਾਂ ਦੋਵਾਂ ਦੇ ਵਿੱਚ ਰਿਲੇਸ਼ਨ ਰੇਖਾਵਾਂ ਅਤੇ ਕੋਣ, ਕਿਸ ਤਰ੍ਹਾਂ ਇੱਕ ਰੇਖਾਵਾਂ ਜਿਹੜੀਆਂ ਨੇ ਇੱਕ ਕਾਟਵੀਂ ਰੇਖਾ ਦੇ ਨਾਲ ਕੋਣ ਬਣਾ ਦਿੰਦੀਆਂ ਹਨ ਤੇ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਕੋਣ ਜਿਹੜੇ ਬਣਦੇ ਹਨ, ਉਹਨਾਂ 'ਚ ਕੀ ਰਿਲੇਸ਼ਨ ਹੁੰਦਾ ਹੈ, ਅਸੀਂ ਉਹਨਾਂ ਬਾਰੇ ਸਿੱਖਿਆ। ਸੋ ਇੱਕ ਗੱਲ ਤੁਹਾਨੂੰ ਕਲੀਅਰ ਕਰ ਦਿੱਤੀ ਜਾਵੇ ਕਿ ਇਹ ਜੋ ਟੇਬਲ ਸਾਡੇ ਕੋਲ ਬਣਿਆ ਹੈ, ਸਾਰੇ ਦੇ ਸਾਰੇ ਚੈਪਟਰ ਦੇ ਵਿੱਚ ਸਾਡੇ ਕੋਲ ਜਿਹੜਾ 6 ਚੈਪਟਰ ਆ ਉਹਦੇ ਵਿੱਚ ਇਸ ਦੀ ਬਹੁਤ ਹੀ ਸਾਨੂੰ ਜਿਹੜੀ ਕਿ ਲੋੜ ਰਹੇਗੀ। ਸੋ ਇਸ ਨੂੰ ਤੁਸੀਂ ਪ੍ਰੈਕਟਿਸ ਕਰਨੀ ਹੈ। ਦੇਖੋ ਬਣਾਇਆ ਹੈ ਅਸੀਂ, ਇੰਨਾ ਟਾਈਮ ਨਹੀਂ ਲੱਗਾ, ਜਲਦੀ ਬਣ ਗਿਆ। ਸਿਰਫ ਇਸ ਤਰ੍ਹਾਂ ਬਣਾ ਕੇ ਤੁਸੀਂ ਇਹਦੀ ਪ੍ਰੈਕਟਿਸ ਵੀ ਕਰਨੀ ਹੈ। ਸੋ ਤੁਹਾਨੂੰ ਜਿਹੜਾ ਕਿ ਮਾਈਂਡ ਦੇ ਵਿੱਚ ਇਹ ਚੀਜ਼ ਸੈੱਟ ਹੋ ਜੇ। ਸੋ ਤੁਹਾਨੂੰ ਜਿਹੜੀ ਕਿ ਭੁੱਲੇ ਨਾ ਕਦੇ, ਫਿਰ ਹੀ ਅਸੀਂ ਆਪਣੇ ਜਿਹੜੇ ਕੁਐਸਚਨਸ ਆ ਉਹਨਾਂ ਨੂੰ ਹੱਲ ਕਰਨ ਦੇ ਯੋਗ ਜਿਹੜਾ ਕਿ ਹੋਵਾਂਗੇ। ਸੋ ਥੈਂਕ ਯੂ, ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ ਆਪਣੀ ਐਕਸਰਸਾਈਜ਼ 6.1 ਦੇ ਨਾਲ। ਥੈਂਕ ਯੂ।